ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ 'ਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 122ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਪੂਰਬੀ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹ ਮਾਰਗ ਦੇ ਬਤਾਈ ਰਹਾਓ। ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹ ਮਾਰਗ ਦੇ ਬਤਾਈ ਰਹਾਓ। ਅੰਤਰ ਅਲਖ ਨ ਜਾਈ ਲਖਿਆ, ਵਿੱਚ ਪੜਦੇ ਹਉਮੈ ਪਾਈ। ਮਾਇਆ ਮੋਹ ਸਭੋ ਜਗ ਸੋਇਆ, ਇਹ ਭਰਮ ਕਹਿ ਕਿਉ ਜਾਈ। ਏਕਾ ਸੰਗਤ ਇਕਤ ਘਰੈ ਬਸਤੇ, ਮਿਲ ਬਾਤ ਨ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ। ਜਿਸਕਾ ਗ੍ਰਹਿ ਤਿਨ ਦਿਆ ਤਾਲਾ, ਕੁੰਜੀ ਕੁੰਜੀ ਗੁਰ ਸੋ ਪਾਈ। ਜਿਸਕਾ ਗ੍ਰਹਿ ਤਿਨ ਦਿਆ ਤਾਲਾ, ਕੁੰਜੀ ਗੁਰ ਸੋ ਪਾਈ। ਅਨੇਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਨਾਈ। ਜਿਨਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨ ਪਾਈ। ਮੇਰੇ ਰਾਮ ਰਾਏ, ਇਨ ਬਿਦ ਮਿਲੇ ਗੁਸਾਈ। ਸਹਿਜ ਭਇਆ ਪ੍ਰਮ ਖਿਨ ਮੇ ਨਾਠਾ, ਮਿਲ ਜੋਤੀ ਜੋਤ ਸਮਾਈ ਰਹਾਓ ਦੂਜਾ। ਹਰ ਨਾਨਕ ਭੇਦ ਨ ਪਾਈ। ਮੇਰੇ ਰਾਮ ਰਾਏ, ਇਨ ਬਿਦ ਮਿਲੇ ਗੁਸਾਈ। ਸਹਿਜ ਭਇਆ ਪ੍ਰਮ ਖਿਨ ਮੇ ਨਾਠਾ, ਮਿਲ ਜੋਤੀ ਜੋਤ ਸਮਾਈ ਰਹਾਓ ਦੂਜਾ। ਇਸ ਸ਼ਬਦ ਵਿੱਚ ਦੋ ਰਹਾਓ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ ਮੇਰੇ ਪਰਮੇਸ਼ਰ ਰੂਪ ਰਾਮ ਰਾਜੇ ਵਾਹਿਗੁਰੂ ਜੀ, ਮੇਰੇ ਮਾਲਕ ਜੀ ਕਿੰਨਾ ਤਰੀਕਿਆਂ ਨਾਲ ਮਿਲ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕੋਈ ਅਜਿਹਾ ਸੰਤ ਗੁਰਮੁਖ ਹੈ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਸਹਿਜ ਸੁਖ ਦੇਣ ਵਾਲਾ ਹੋਵੇ ਜੀ, ਤਾਂ ਮੈਨੂੰ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਮਾਰਗ ਬਤਾ ਦੇਵੇ ਜੀ, ਦੱਸ ਦੇਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸਾਨੂੰ ਇਹ ਸਮਝ ਨਹੀਂ ਹੈ ਜੀ ਕਿ ਹਰ ਇੱਕ ਦੇ ਹਿਰਦੇ ਅੰਦਰ, ਭਾਵ ਸਾਡੇ ਅੰਦਰ ਹੀ ਮਨ ਹਿਰਦੇ ਅੰਦਰ, ਫਿਰ ਗੁਰੂ ਜੀ ਕਹਿੰਦੇ ਹਨ ਪਰ ਜੀਵਾਂ ਪਾਸੋਂ ਲਖਿਆ ਨਹੀਂ ਜਾ ਸਕਦਾ ਜੀ। ਭਾਵ ਹਰ ਇੱਕ ਦੇ ਹਿਰਦੇ ਅੰਦਰ ਉਹ ਪਰਮੇਸ਼ਰ ਹੈ ਜੀ, ਪਰ ਸਾਡੇ ਕੋਲੋਂ ਉਹ ਪਰਮੇਸ਼ਰ ਨਹੀਂ ਲਖਿਆ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂ ਨਹੀਂ ਲਖਿਆ ਜਾ ਸਕਦਾ, ਕਿਉਂ ਨਹੀਂ ਮਿਲ ਸਕਦਾ ਜੀ? ਕਿਉਂਕਿ ਜੀਵਾਂ ਦੇ ਅੰਦਰ ਜੋ ਹਉਮੈ ਵਿਕਾਰ ਹਨ, ਉਹ ਉਸਦੀ ਰੁਕਾਵਟ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਹਉਮੈ ਦੇ ਪ੍ਰਭਾਵ ਹੇਠ, ਵਿਕਾਰਾਂ ਦੇ ਪ੍ਰਭਾਵ ਹੇਠ ਸਾਰਾ ਜਗਤ ਸੰਸਾਰ ਹੀ ਮਾਇਆ ਦੇ ਮੋਹ ਵਿੱਚ, ਵਿਕਾਰਾਂ ਵਿੱਚ ਸੁੱਤਾ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੱਸੋ ਫਿਰ ਜੀਵਾਂ ਦਾ ਇਹ ਭਰਮ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ ਜੀ? ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪਰਮੇਸ਼ਰ ਅਤੇ ਜੀਵ ਆਤਮਾ ਦੀ ਇੱਕੋ ਸਾਧ ਸੰਗਤ ਹੈ ਜੀ। ਭਾਵ ਇੱਕੋ ਸਰੀਰ ਰੂਪ ਘਰ ਵਿੱਚ ਵਸਦੇ ਹਨ ਜੀ। ਭਾਵ ਉਹ ਸਾਡੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਾਡੇ ਅੰਦਰ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਦੋਵੇਂ ਆਪਸ ਵਿੱਚ ਮਿਲ ਕੇ ਇਹ ਕੋਈ ਗੱਲਬਾਤ ਨਹੀਂ ਕਰਦੇ ਜੀ। ਭਾਵ ਜੀਵ ਨੂੰ ਇਹ ਸਮਝਣੀ ਨਹੀਂ ਹੈ ਕਿ ਪਰਮੇਸ਼ਰ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ ਜੀ, ਭਾਵੇਂ ਸਾਡੇ ਅੰਦਰ ਹੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਇੱਕ ਨਾਮ ਰੂਪ ਵਸਤੂ ਤੋਂ ਬਿਨਾ ਜੀਵ ਇੰਦਰੀਆਂ ਇਹ ਪੰਜ ਗਿਆਨ ਦੇ ਇੰਦਰੇ ਵੀ ਦੁਖੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਸਤੂ ਇੰਦਰੀਆਂ ਦੀ ਪਹੁੰਚ ਪੰਜ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਪਈ ਹੈ ਜੀ, ਅਪਹੁੰਚ ਹੈ ਜੀ। ਕਿਉਂਕਿ ਇਹ ਹਉਮੈ ਵਿੱਚ ਫਸਿਆ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿਸ ਪਰਮੇਸ਼ਰ ਦਾ ਬਣਾਇਆ ਹੋਇਆ ਭਾਵ ਦਿੱਤਾ ਹੋਇਆ ਸਰੀਰ ਰੂਪੀ ਘਰ ਹੈ ਜੀ, ਇਹ ਸਾਡਾ ਸਰੀਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਉਸਨੇ ਸਾਡੇ ਸਰੀਰ ਵਿੱਚ ਭਰਮ ਮੋਹ ਵਿਕਾਰਾਂ ਰੂਪ ਦਾ ਜਿੰਦਰਾ ਮਾਰਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸ ਜਿੰਦਰੇ ਨੂੰ ਖੋਲ੍ਹਣ ਦੀ ਚਾਬੀ ਕੁੰਜੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਨੂੰ ਵਾਹਿਗੁਰੂ ਨੂੰ ਸੌਂਪੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੀਵ ਬੇਸ਼ੱਕ ਹਰ ਤਰ੍ਹਾਂ ਦੇ ਨੇਕਾਂ ਚਲਾਕ ਯਤਨ ਕਰਦਾ ਰਹੇ। ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰ ਦੀ ਸਰਨ ਪੈ ਤੋਂ ਬਿਨਾਂ ਇਹ ਗੋਚਰ ਵਸਤੂ ਭਾਵ ਪੰਜ ਇੰਦਰੀਆਂ ਦੇ ਵਿਕਾਰਾਂ ਨੂੰ ਖਤਮ ਕਰਕੇ ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਨਾਲ ਹੋ ਸਕਦਾ ਹੈ ਜੀ, ਉਸਨੂੰ ਫੇਰ ਹੀ ਪਾ ਸਕੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਸਤਿਗੁਰੂ ਜਿਨ੍ਹਾਂ ਗੁਰਮੁਖਾਂ ਦੇ ਮਾਇਆ ਰੂਪੀ ਬੰਧਨ ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕੱਟ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੇ ਗੁਰੂ ਰੂਪ ਸਾਧ ਸੰਗਤ ਦੁਆਰਾ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਪਰਮੇਸ਼ਰ ਨਾਲ ਆਪਣੀ ਲਿਵ ਲਾ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਪੰਜ ਜਨਾਂ ਦੇ ਭਾਵ ਆਪਣੀਆਂ ਪੰਜ ਇੰਦਰੀਆਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਾਲੀ ਸਾਧ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਏ ਹਨ, ਜਸ ਗਾਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੇ ਫਲ ਸਰੂਪ ਉਹਨਾਂ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਭਿੰਨ ਭੇਦ ਭਿੰਨ ਭਾਵ ਨਹੀਂ ਰਿਹਾ ਜੀ। ਉਹ ਪਰਮੇਸ਼ਰ ਦਾ ਹੀ ਹਿੱਸਾ ਹੋ ਗਏ ਹਨ ਜੀ, ਅਸੀਂ ਪਰਮੇਸ਼ਰ ਦਾ ਹੀ ਹਿੱਸਾ ਹਾਂ ਜੀ। ਪਰ ਉਸਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਛਾਨਣਾ ਹੈ ਜੀ। ਭਾਵ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਇੱਕ ਹੋ ਕੇ ਪਰਮੇਸ਼ਰ ਦਾ ਹੀ ਰੂਪ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਮੇਰੇ ਰਾਮ ਰਾਏ ਜੀ ਮੇਰਾ ਮਾਲਕ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਇਹੋ ਜਿਹੀਆਂ ਜੁਗਤੀਆਂ ਨਾਲ ਮਿਲਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਜੁਗਤੀ ਨਾਲ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੇ ਇੱਕ ਖਿਣ ਵਿੱਚ ਹੀ ਸਾਰੇ ਭਰਮ ਹਉਮੈ ਵਿਕਾਰ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਜੀਵ ਗੁਰਮੁਖਾਂ ਦੀ ਜੋਤ ਪਰਮੇਸ਼ਰ ਦੀ ਜੋਤ ਵਿੱਚ ਮਿਲਣ ਕਰਕੇ ਕੋਈ ਭਿੰਨ ਭੇਦ ਨਹੀਂ ਰਿਹਾ ਜੀ। ਭਾਵ ਅਭੇਦਤਾ ਹੋ ਗਈ ਹੈ ਜੀ। ਭਾਵ
ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇੱਕ ਹੋ ਗਏ ਹਨ ਜੀ, ਜੁੜ ਗਏ ਹਨ ਜੀ। ਉਹ ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਫਿਰ ਕੋਈ ਅੰਤਰ ਨਹੀਂ ਜੀ। ਉਸ ਪਰਮੇਸ਼ਰ ਦਾ ਹੀ ਇੱਕ ਹਿੱਸਾ ਹਨ ਜੀ। ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੋਤੀ ਨਾਲ ਜੋਤ ਸਮਾ ਗਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ, ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ। ਗੁਰੂ ਜੀ ਦੱਸਦੇ ਹਨ ਕਿ ਕਿਹੋ ਜਿਹੀਆਂ ਬਿਧੀਆਂ, ਕਿਹੋ ਜਿਹੇ ਮੈਂ ਉਪਾਅ ਕਰਾਂ ਜਿਸ ਨਾਲ ਮੈਂ ਆਪਣੇ ਪਰਮੇਸ਼ਰ ਰੂਪ ਰਾਮ ਰਾਏ ਨੂੰ, ਵਾਹਿਗੁਰੂ ਨੂੰ ਮਿਲਾਂ ਜੀ। ਇਸ ਸ਼ਬਦ ਵਿੱਚ ਦੋ ਰਹਾਉ ਹਨ ਜੀ। ਪਹਿਲਾ ਰਹਾਉ ਹੈ ਕਿਨ ਬਿਦ, ਇਹ ਪ੍ਰਸ਼ਨ ਹੈ ਜੀ, ਅਤੇ ਦੂਜਾ ਰਹਾਉ ਹੈ ਇਨ ਬਿਦ, ਇਹ ਉੱਤਰ ਵਾਲਾ ਰਹਾਉ ਹੈ ਜੀ। ਕਿਨ ਤੇ ਇਨ ਦੋਵੇਂ ਹੀ ਬਹੁਵਚਨੀ ਪੜਨਾਮ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਗੋਚਰ ਵਸਤੂ ਦੀ ਪ੍ਰਾਪਤੀ ਤੋਂ ਬਿਨਾਂ ਪੰਜ ਗਿਆਨ ਇੰਦਰੇ ਦੁਖੀ ਹੀ ਰਹਿੰਦੇ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਦਾਤਾ ਸਤਿਗੁਰ ਵਾਹਿਗੁਰੂ ਹੈ ਜੀ। ਫਿਰ ਭਾਵੇਂ ਗੁਰਮੁਖ ਸੇਵਕ ਤੇ ਪਰਮੇਸ਼ਰ ਠਾਕੁਰ ਇੱਕ ਸੇਜ ਦੇ ਵਸਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਦੋਂ ਤੱਕ ਦੋਵਾਂ ਦੀ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਜੀ, ਭਾਵ ਜਿੰਨਾ ਦੇਰ ਗੁਰਮੁਖ ਸੇਵਕਾਂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਸੋਝੀ ਨਹੀਂ ਹੁੰਦੀ ਜੀ, ਓਨੀ ਦੇਰ ਉਹਨਾਂ ਦੇ ਅੰਦਰ ਇੱਕ ਕਲਪਨਾ ਹੀ ਬਣੀ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਵਾਹਿਗੁਰੂ ਸਤਿਗੁਰ ਮਿਲ ਪੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਦੀ ਸੁਰਤ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਹਰੀ ਨਾਲ ਜੁੜਦੀ ਹੈ ਜੀ, ਅਤੇ ਉਹਨਾਂ ਦੇ ਸਾਰੇ ਮੋਹ ਮਾਇਆ ਦੇ ਵਿਕਾਰਾਂ ਦੇ ਬੰਧਨ ਕੱਟੇ ਜਾਂਦੇ ਹਨ ਜੀ। ਜੇ ਅਸੀਂ ਇਸ ਦ੍ਰਿਸ਼ਟੀ ਤੋਂ ਵੇਖੀਏ ਕਿ ਜੀਵ ਆਤਮਾ ਤੇ ਪਰਮਾਤਮਾ ਸਰੀਰ ਰੂਪੀ ਘਰ ਵਿੱਚ ਦੋਵੇਂ ਇਕੱਠੇ ਹਨ, ਪਰ ਜੀਵ ਆਤਮਾ ਹਉਮੈ ਨਾਲ ਭਰੀ ਪਈ ਹੈ ਜੀ, ਵਿਕਾਰਾਂ ਨਾਲ ਭਰੀ ਪਈ ਹੈ ਜੀ। ਜਦੋਂ ਤੱਕ ਪਰਮੇਸ਼ਰ ਸ਼ੁੱਧ ਰੂਪ ਨਾਲ ਇਸ ਜੀਵ ਆਤਮਾ ਦਾ ਮੇਲ ਨਹੀਂ, ਆਪਸ ਵਿੱਚ ਇਹਨਾਂ ਦੋਵਾਂ ਦਾ ਮੇਲ ਨਹੀਂ ਹੁੰਦਾ ਜੀ, ਉਦੋਂ ਤੱਕ ਇਸ ਅਗੋਚਰ ਵਸਤੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀ। ਇਹ ਇਸ ਜੀਵ ਆਤਮਾ ਦੇ ਵਸ ਵਿੱਚ ਨਹੀਂ ਹੈ ਜੀ, ਕਿਉਂਕਿ ਇਹ ਇੱਕ ਅਗੋਚਰ ਵਸਤੂ ਹੈ ਜੀ, ਜੋ ਸਾਡੇ ਅੰਦਰ ਆਤਮਾ ਦੇ ਅੰਦਰ ਸਰੀਰ ਵਿੱਚ ਹੀ ਹੈ ਜੀ, ਹਿਰਦੇ ਵਿੱਚ ਹੈ ਜੀ, ਮਨ 'ਚ ਹੈ ਜੀ, ਅਤੇ ਉਸ ਨੂੰ ਹਉਮੈ ਅਤੇ ਵਿਕਾਰਾਂ ਦਾ ਤਾਲਾ ਲੱਗਾ ਹੋਇਆ ਹੈ ਜੀ, ਅਤੇ ਉਸ ਦੀ ਕੁੰਜੀ ਗੁਰੂ ਪਾਸ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਹ ਕੁੰਜੀ ਲਿਆ ਕੇ ਅਸੀਂ ਉਹ ਤਾਲਾ ਖੋਲ੍ਹ ਸਕਦੇ ਹਾਂ ਜੀ, ਜੋ ਵਾਹਿਗੁਰੂ ਦੇ ਦਰਸ਼ਨ ਕਰਾ ਸਕਦਾ ਹੈ ਜੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਾਹਿਗੁਰੂ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਤੋਂ ਬਿਨਾਂ ਉਹ ਗੋਚਰ ਵਸਤੂ ਨਹੀਂ ਮਿਲ ਸਕਦੀ ਜੀ।
ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜਨ ਦੀ ਅਤੇ ਜੁੜਨ ਨਾਲ ਅਤੇ ਸਾਡੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਜੀ। ਅਸੀਂ ਪਰਮਾਤਮਾ ਦੇ ਨਾਲ ਹੀ ਮਿਲ ਜਾਂਦੇ ਹਾਂ ਜੀ। ਸਾਡੀ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ, ਜੋ ਕਿ ਅਸੀਂ ਪਰਮਾਤਮਾ ਦਾ ਹੀ ਇੱਕ ਅੰਸ਼ ਹਾਂ ਜੀ, ਪਰਮੇਸ਼ਰ ਦਾ, ਵਾਹਿਗੁਰੂ ਦਾ ਹੀ ਇੱਕ ਅੰਸ਼ ਹਾਂ ਜੀ। ਲੋੜ ਹੈ ਤੇ ਉਸ ਨੂੰ ਪਹਿਚਾਨਣ ਦੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਸੰਭਵ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।